लोक सभा दे विच 9 विधान सभा हल्के आउंदे ने ते किहड़े हल्के दे विच किहड़ी पार्टी दे वल्लों वध वोटां हासिल कीतीआं गईआं। 9 दे विचों कांग्रेस ने किन्नियां सीटां दे उत्ते जित हासिल की, अकाली दल ने किन्ने ते जित हासिल की, बीजेपी ने किन्ने ते जित हासिल की या फिर आम आदमी पार्टी ने किन्ने ते जित हासिल की। ये पूरा अंकड़ा असीं तुहाडे तक सामने रखांगे एक एक करके हर एक हल्के दा, वो चाहे जलंधर सेंट्रल होवे, कैंट होवे, नॉर्थ होवे, वैस्ट होवे या फिर दूजे पासे नकोदर दी सीट होवे, शाहपुर होवे, करतारपुर होवे, फिलौर दी सीट होवे। ਤਾਂ ਇਹਨਾਂ ਸੀਟਾਂ ਦੇ ਉੱਤੇ ਕੀ ਕੁਝ ਸਮੀਕਰਨ ਰਹੇ ਨੇ, ਕਿਸ ਤਰੀਕੇ ਨਾਲ ਲੋਕਾਂ ਦੀ ਵੋਟ ਕਿਹੜੇ ਖਾਤੇ ਚਲੀ ਗਈ, ਉਸ ਦੇ ਉੱਤੇ ਅੱਜ ਅਸੀਂ ਗੱਲਬਾਤ ਇਸ ਬੁਲੇਟਿਨ ਦੇ ਦੌਰਾਨ ਕਰਾਂਗੇ। ਕਿਉਂਕਿ ਜਲੰਧਰ ਦੀ ਜੰਗ ਦੇ ਵਿੱਚ ਇੱਕ ਪਿਕਚਰ ਤਾਂ ਕਲੀਅਰ ਨਜ਼ਰ ਆਈ ਹੈ ਕਿ 58691 ਵੋਟਾਂ ਦੇ ਨਾਲ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋ ਹੁਣ ਐਮਪੀ ਬਣਨ ਜਾ ਰਹੇ ਨੇ, ਉਹਨਾਂ ਨੇ ਜਿੱਤ ਹਾਸਲ ਕਰ ਲਈ ਹੈ। 7 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ, ਲੀਡ ਲਈ, ਔਰ ਉਸ ਤੋਂ ਬਾਅਦ 2 ਦੇ ਵਿੱਚ ਬੀਜੇਪੀ ਦੇ ਕੋਲ ਲੀਡ ਰਹੀ। ਕਾਂਗਰਸ ਜੋ ਕਿ 5 ਸੀਟਾਂ ਦੇ ਉੱਤੇ ਮੌਜੂਦ ਸੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ, 5 ਦੇ ਵਿੱਚੋਂ ਇੱਕ ਵੀ ਹਲਕੇ ਦੇ ਵਿੱਚ ਲੀਡ ਹਾਸਲ ਕਾਂਗਰਸ ਨਹੀਂ ਕਰ ਪਾਈ। मतलब ਸਿੱਧਾ ਜਾ ਕੇ 9 ਦੀਆਂ 9 ਸੀਟਾਂ ਦੇ ਉੱਤੇ ਕਾਂਗਰਸ ਨੂੰ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ। ਬੀਜੇਪੀ 2 ਸੀਟਾਂ ਦੇ ਉੱਤੇ ਜ਼ਰੂਰ ਇੱਥੇ ਲੀਡ ਲੈਣ ਦੇ ਵਿੱਚ ਕਾਮਯਾਬ ਰਹੀ। ਤਾਂ ਕਾਂਗਰਸ ਨੂੰ ਕਿਸੇ ਵੀ ਹਲਕੇ ਦੇ ਵਿੱਚ ਲੀਡ ਨਹੀਂ, ਅਕਾਲੀ ਦਲ ਨੂੰ, ਬੀਐਸਪੀ ਨੂੰ, ਗਠਜੋੜ ਉਹਨਾਂ ਨੂੰ ਕਿਸੇ ਵੀ ਹਲਕੇ ਦੇ ਵਿੱਚ ਲੀਡ ਨਹੀਂ। ਤਾਂ ਇਸੇ ਤਰ੍ਹਾਂ ਬੀਜੇਪੀ ਦੇ ਕੋਲ ਸਿਰਫ 2 ਹਲਕਿਆਂ ਦੇ ਵਿੱਚ ਲੀਡ ਤੇ ਉਧਰ ਆਮ ਆਦਮੀ ਪਾਰਟੀ 9 ਦੇ ਵਿੱਚੋਂ 7 ਦੇ ਉੱਤੇ ਲੀਡ ਹਾਸਲ ਕਰਨ ਦੇ ਵਿੱਚ ਕਾਮਯਾਬ ਰਹੀ ਹੈ। ਤਾਂ 7-2 ਦਾ ਫਰਕ ਸੀ। 7 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਔਰ ਸਿੱਧਾ ਜਿਹਾ ਮਤਲਬ ਹੈ ਕਿ 7 ਦਾ ਜਿੱਤ ਦਾ ਅੰਕੜਾ ਪੂਰਾ ਕਨਵਰਟ ਹੋਇਆ 9 ਦੇ 9 ਦੇ ਵਿੱਚ ਔਰ 58000 ਤੋਂ ਜ਼ਿਆਦਾ ਵੋਟਾਂ ਦੇ ਨਾਲ ਜਿੱਤ ਹਾਸਲ ਕਰ ਲਈ ਹੈ ਸੁਸ਼ੀਲ ਕੁਮਾਰ ਰਿੰਕੂ ਨੇ। ਹਰ ਇੱਕ ਹਲਕੇ ਦਾ ਹਾਲ ਤੁਹਾਨੂੰ ਦੱਸਾਂਗੇ, ਕਿਹੜੇ ਹਲਕੇ ਦੇ ਵਿੱਚ ਅਕਾਲੀ ਦਲ ਨੂੰ ਕਿੰਨੀਆਂ ਵੋਟਾਂ ਪਈਆਂ ਨੇ। ਤੁਸੀਂ ਜਾਣਨਾ ਚਾਹੁੰਦੇ ਹੋਵੋਗੇ ਕਿ ਸ਼ਾਹਕੋਟ ਦੇ ਵਿੱਚ ਕਿੰਨੀਆਂ ਵੋਟਾਂ ਪਈਆਂ, ਫਿਲੌਰ ਦੇ ਵਿੱਚ ਕਿੰਨੀਆਂ ਪਈਆਂ, ਕਰਤਾਰਪੁਰ ਚ, ਨਕੋਦਰ ਚ, ਜਲੰਧਰ ਚ, ਜਲੰਧਰ ਸੈਂਟਰਲ ਚ, ਜਲੰਧਰ ਵੈਸਟ ਦੇ ਵਿੱਚ ਬੀਜੇਪੀ ਨੂੰ ਕਿੰਨੀਆਂ ਵੋਟਾਂ ਪਈਆਂ, ਕਿਹੜੀਆਂ 2 ਸੀਟਾਂ ਨੇ ਜਿਸ ਦੇ ਉੱਤੇ ਬੀਜੇਪੀ ਨੇ ਜਿੱਤ ਹਾਸਲ ਕੀਤੀ ਹੈ ਜਾਂ ਕਹੀਏ ਕਿ ਲੀਡ ਹਾਸਲ ਕੀਤੀ ਹੈ, ਉਹ ਵੀ ਤੁਹਾਨੂੰ ਦੱਸਾਂਗੇ। ਪਰ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਕਿ ਜਿੱਤ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਕੀ ਕੁਝ ਕਹਿੰਦੇ ਹੋਏ ਨਜ਼ਰ ਆ ਰਹੇ ਨੇ। ਮੇਨ ਤਾਂ ਦੇਖੋ ਜਿਹੜੇ ਭਗਵੰਤ ਮਾਨ ਸਾਹਿਬ ਨੇ 1 ਸਾਲ ਦੇ ਵਿੱਚ ਕੰਮ ਕੀਤੇ ਆ ਤਾਂ ਪੰਜਾਬ ਦੇ ਲੋਕਾਂ ਨੇ ਉਹਨਾਂ ਦੇ ਕੰਮਾਂ ਦੇ ਉੱਤੇ ਮੋਹਰ ਲਗਾਈ ਹੈ। ਜਲੰਧਰ ਦੇ ਲੋਕ, ਜਲੰਧਰ ਵਾਲੇ ਜਾਣਨਾ ਚਾਹੁੰਦੇ ਕਿ 3 ਕੰਮ ਸਭ ਤੋਂ ਪਹਿਲਾਂ ਸੁਸ਼ੀਲ ਰਿੰਕੂ ਜਲੰਧਰ ਲਈ ਕੀ ਕਰਨਗੇ। ਸਮਾਰਟ ਸਿਟੀ, ਆਦਮਪੁਰ ਰੋਡ, 에ਅਰਪੋਰਟ। ਦੂਸਰਾ ਵੀ ਹੈ ਕਿ ਮਾਤਾ ਨਾਲ ਗੱਲ ਹੋ ਰਹੀ ਸੀ, ਅੱਖਾਂ ਬੇहद ਭਾਵੁਕ ਸੀ, ਭੈਣਾਂ ਬੜੀਆਂ ਇਮੋਸ਼ਨਲ ਸੀਗੀਆਂ ਔਰ ਹਰ ਕਿਸੇ ਨੇ ਕਿਹਾ, ਕਹਿੰਦੇ ਸਵੇਰੇ ਮੈਂ ਸ਼ੱਕਰ ਖਵਾ ਕੇ ਭੇਜੀ ਸੀ। ਗੱਲ ਹੈ ਕਿ ਮਾਵਾਂ ਦਾ ਆਸ਼ੀਰਵਾਦ ਔਰ ਭੈਣਾਂ ਦਾ ਪਿਆਰ ਉਹ ਇਨਸਾਨ ਨੂੰ ਅੱਗੇ ਵਧਾਉਂਦਾ, ਕਿਤੇ ਡੋਲਣ ਨਹੀਂ ਦਿੰਦਾ, ਡਿੱਗਣ ਨਹੀਂ ਦਿੰਦਾ। ਸੋ ਮੇਰੇ ਪਰਿਵਾਰ ਨੇ ਮੈਨੂੰ ਹਮੇਸ਼ਾ ਪਿਆਰ ਕੀਤਾ, ਮੇਰੇ ਹਰ ਦੁੱਖ ਸੁੱਖ ਦੇ ਵਿੱਚ ਮੇਰੇ ਨਾਲ ਖੜੇ ਰਹੇ ਆ। ਮੈਨੂੰ ਆਪਣੇ ਪਰਿਵਾਰ ਤੇ ਮਾਣ। ਅੱਛਾ, ਗਾਣਾ ਲੱਗਾ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਦੱਬਦਾ ਕਿੱਥੇ ਆ? ਦੱਬਣ ਨੂੰ ਤੁਹਾਨੂੰ ਵੀ ਬਹੁਤ ਸਾਰੇ ਫਿਰਦੇ ਸੀ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹ ਇਹ ਗਾਣਾ ਸੁਣ ਲੈਣ ਬਸ। ਕੁਝ ਕਹਿਣਾ ਚਾਹੋਗੇ ਵਿਰੋਧੀਆਂ ਨੂੰ? ਕੁਝ ਕਹਿਣਾ ਚਾਹੋਗੇ ਵਿਰੋਧੀਆਂ ਨੂੰ? ਤੇ ਇਹ ਹੈ ਕਿ ਸੱਚ ਦੀ ਗੱਲ ਕਰਨੀ ਚਾਹੀਦੀ ਹੈ, ਸਹੀ ਗੱਲ ਕਰਨੀ ਚਾਹੀਦੀ ਹੈ ਕਿ ਕਿਉਂਕਿ ਅੱਜ ਰਿਜ਼ਲਟ ਆਉਣ ਤੋਂ ਬਾਅਦ ਵਿਰੋਧੀਆਂ ਦੇ ਜਿੰਨੇ ਵੀ ਦਾਅਵੇ ਸੀ ਸਾਰੇ ਜਿਹੜੇ ਆ ਫਿੱਕੇ ਪੈ ਕੇ ਖਤਮ। 99 ਤੋਂ ਬਾਅਦ ਕਾਂਗਰਸ ਦੀ ਹਾਰ ਹੋਈ ਹੈ, 24 ਸਾਲਾਂ ਬਾਅਦ 11 ਮਹੀਨੇ ਬਚੇ ਹੈ। ਉਹ ਮੈਨੂੰ ਲੱਗਾ ਕਿ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਪੈ ਗਈ ਹੈ। ਕੋਈ ਐਸੀ ਗੱਲ ਨਹੀਂ, ਅਸੀਂ ਮਿਹਨਤ ਕਰਾਂਗੇ, ਭਗਵੰਤ ਮਾਨ ਸਾਹਿਬ ਤੋਂ ਸਿੱਖਾਂਗੇ, ਸਾਰੇ ਲੋਕ ਇਕੱਠੇ ਹੋ ਕੇ ਮਿਹਨਤ ਕਰਕੇ। ਅਰਵਿੰਦ ਕੇਜਰੀਵਾਲ ਨੇ ਵੀ ਤੁਹਾਨੂੰ ਵਧਾਈ ਭੇਜੀ ਹੈ। ਹਾਂਜੀ, ਉਹਨਾਂ ਨਾਲ ਟੈਲੀਫੋਨ ਤੇ ਗੱਲ ਹੋਈ ਸੀ, ਉਹਨਾਂ ਨੇ ਬੜਾ ਪਿਆਰ ਦਿੱਤਾ, ਮੈਂ ਵੀ ਉਹਨਾਂ ਨੂੰ ਵਧਾਈ ਦਿੱਤੀ, ਉਹਨਾਂ ਦਾ ਧੰਨਵਾਦ ਕੀਤਾ। ਤੋ ਬੜਾ ਅੱਛਾ ਜਿਹੜਾ ਅੱਜ ਮਾਹੌਲ ਹੈ ਸਾਡੇ ਵਲੰਟੀਅਰ ਦੇ ਵਿੱਚ ਬਣਿਆ, ਲੋਕ ਸਾਰੇ ਖੁਸ਼ੀ ਮਨਾ ਰਹੇ। मैं थोड़े से आंकड़े आप लोगों के सामने रखना चाहूँगा। पिछली बार 92 सीट्स जीत के हमने सरकार बनाई थी, आज से लगभग 1.25 साल पहले। वो एक वेव थी आम आदमी पार्टी की। उस वेव में भी जलंधर की लोकसभा सीट में 9 विधानसभाएं आती हैं, उन 9 में से हम केवल 4 जीत पाए थे, बाकी 5 कांग्रेस के पास चली गई थी। तो ये इतना जबरदस्त कांग्रेस का गढ़ माना जाता है कि 9 में से 4 ही हम जीत पाए। उस वेव के अंदर भी 5 सीट कांग्रेस जीत गई। आज उस 9 में से 7 सीटें आम आदमी पार्टी जीती है, केवल 2 जलंधर सेंट्रल और जलंधर नॉर्थ की सीटों पे हम थोड़ा पीछे हैं।
पिछले साल असेंबली का जो चुनाव था विधानसभा का, उसमें हमें पूरे पंजाब में 42% वोट मिले थे, लेकिन जालंधर में हमें बहुत कम वोट मिले, हमें 28% वोट मिले। आज इसको हमने बढ़ा के हम लगभग 34% वोट पे हैं और जालंधर जीत रहे हैं। पिछले बार असेंबली चुनाव में 4 विधानसभाएं ऐसी थी, शाहकोट, आदमपुर, फिलौर और जालंधर नॉर्थ, जहां पे हम तीसरे नंबर पे थे। आज इन 4 में से 3 सीटें हम जीत गए हैं और 1 सीट पे हम सेकंड नंबर पे हैं। और 2019 के चुनाव में, लोकसभा चुनाव में, जालंधर सीट से, लोकसभा की सीट से हमें केवल 2.5% वोट मिले थे। आज हमें 34% वोट मिले हैं और हम जीते हैं। दूसरी पार्टियों ने, बीजेपी ने एक नेता के, अटवाल साहब के बेटे, चरणजीत सिंह अटवाल के बेटे को टिकट दिया था। कांग्रेस ने संतोष सिंह चौधरी के बेटे को टिकट, पत्नी को टिकट दिया था। दोनों को हरा के पंजाब की जनता ने परिवारवाद को हराया है और काम की राजनीति को वोट दिया है। 2014 में आम आदमी पार्टी की 4 सीटें थी लोकसभा में, 2019 में 1 सीट रह गई और फिर जब मान साहब पंजाब के मुख्यमंत्री बने तो 1 भी सीट नहीं बची। आज आम आदमी पार्टी की लोकसभा में एंट्री हो रही है, 1 सीट से एंट्री हो रही है और मैं समझता हूं कि बहुत जल्दी आम आदमी पार्टी का लोकसभा के अंदर बहुमत भी होगा। भगवान ने अगर चाहा और देश की जनता ने अगर चाहा तो आम आदमी पार्टी अब नेशनल पार्टी बन चुकी है। तो एक लोकसभा ही ऐसी जगह थी जहां आम आदमी पार्टी की मौजूदगी नहीं थी, अब वहां भी आम आदमी पार्टी की मौजूदगी हो गई है। मैं फिर से पंजाब की जनता को, जालंधर की जनता को बहुत बहुत आभार व्यक्त करता हूँ। शायद आने वाले दिनों में वो जो भटके हुए लोग हैं वो भी शायद अपनी जो है लाइन या अपना एजेंडा चेंज करें कि हमें ये एक दूसरे पर कीचड़ फेंकने वाली राजनीति की बजाय हमें विकास की बातें करनी चाहिए। तो जब 92 सीट जीतकर मुख्यमंत्री का मुझे दायित्व दिया था, अरविंद केजरीवाल जी ने मुझ पर भरोसा किया था, तब भी मैंने यही कहा था कि जीतने के बाद हमको अहंकार नहीं करना है, अभी तो हमारी जिम्मेदारी बड़ी है और ज़्यादा मेहनत से काम करना है। अब जालंधर वालों ने इतना मान सम्मान किया, जालंधर वालों ने इतना भरोसा किया, उम्मीद आस जगी है, तो हमको और जिम्मेदारी से काम करना होगा। जालंधर को कैसे चमकाना है और हमारे पंजाब के शहरों को कैसे हमने चमका के पूरे देश में हमारे स्टेट को नंबर 1 बनाना है, ये हमारा अगला मकसद है। रंगला पंजाब, कलरफुल पंजाब जो हमारा टीचा है, उसकी तरफ हम बढ़ रहे हैं। लगभग 60,000 मतों से जीतना, और बाकी सभी इकट्ठे थे, ये बीजेपी, अकाली दल, बीएसपी, कांग्रेस, ये सब इकट्ठे थे। इनकी पीसी अलग अलग होती थी, बस 1-1 घंटा पीसी में गैप होता था, कंटेंट सेम ही होता था, एक दूसरे को देते थे कि ये अब तुम ले जाओ, ये गालियां मैंने दी, ये अब 3 बजे दे देना, वही गालियां 4 बजे वो देते थे। तो ये इकट्ठे मिलके लड़े, तो लेकिन लोगों ने इन सबको नकार दिया और लोगों ने आम आदमी पार्टी की जो सरकार है उसके वर्क कल्चर पर, उसके ईमानदारी के जो फतवा है, ये ईमानदारी का फतवा हमें दिया। जालंधर के लगभग 8.5 लाख से ज़्यादा लोगों ने वोट किया और हम उनकी आसों उम्मीदों पर पूरा उतरने की कोशिश करेंगे।